ਓਮ ਸ਼ਾਂਤੀ। ਅੱਜ ਸੁਣਦੇ ਹਾਂ 12 ਜੁਲਾਈ 2022 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ, ਕਿਸੇ ਦੇਹਧਾਰੀ ਨਾਲ ਦੈਹਿਕ ਲਵ ਨਾ ਰੱਖ ਕੇ ਇੱਕ ਬਾਪ ਨਾਲ ਲਵ ਰੱਖੋ। ਅਸ਼ਰੀਰੀ ਬਣਨ ਦਾ ਪੂਰਾ ਅਭਿਆਸ ਕਰੋ। ਪ੍ਰਸ਼ਨ ਹੈ, ਰਹਿਮਦਿਲ ਬੱਚਿਆਂ ਦਾ ਕਰਤੱਵ ਕੀ ਹੈ? ਰਹਿਮਦਿਲ ਬੱਚਿਆਂ ਦਾ ਕਰਤੱਵਯ ਕੀ ਹੈ? ਉੱਤਰ, ਜਦੋਂ ਕੋਈ ਫਾਲਤੂ ਗੱਲਬਾਤ ਕਰੇ, ਉਸ ਦੀ ਫਾਲਤੂ ਗੱਲ ਨਾ ਸੁਣ ਕੇ ਉਹਨਾਂ ਦੇ ਕਲਿਆਣ ਦੇ ਲਈ ਵੱਡਿਆਂ ਨੂੰ ਸੁਣਾਣਾ ਰਹਿਮਦਿਲ ਬੱਚਿਆਂ ਦਾ ਕਰਤੱਵਯ ਹੈ। ਜਿਨ੍ਹਾਂ ਵਿੱਚ ਕਈ ਪੁਰਾਣੀਆਂ ਆਦਤਾਂ ਨੇ, ਉਹਨਾਂ ਨੂੰ ਮਿਟਾਉਣ ਵਿੱਚ ਸਹਿਯੋਗੀ ਬਣਨਾ ਹੀ ਰਹਿਮਦਿਲ ਬਣਨਾ ਹੈ। ਦੂਜਾ ਪ੍ਰਸ਼ਨ, ਕਿਹੜਾ ਟਾਈਟਲ ਕਿਸੇ ਦੇਹਧਾਰੀ ਨੂੰ ਨਹੀਂ ਦੇ ਸਕਦੇ ਪਰ ਬ੍ਰਹਮਾ ਬਾਪ ਨੂੰ ਦੇ ਸਕਦੇ ਹਾਂ? ਕਿਹੜਾ ਟਾਈਟਲ ਕਿਸੇ ਦੇਹਧਾਰੀ ਨੂੰ ਨਹੀਂ ਦੇ ਸਕਦੇ ਪਰ ਬ੍ਰਹਮਾ ਬਾਪ ਨੂੰ ਦੇ ਸਕਦੇ ਹਾਂ? ਉੱਤਰ, ਸ਼੍ਰੀ ਦਾ ਟਾਈਟਲ, ਕਿਉਂਕਿ ਸ਼੍ਰੀ ਮਤਲਬ ਸ੍ਰੇਸ਼ਟ, ਪਵਿੱਤਰ ਨੂੰ ਕਿਹਾ ਜਾਂਦਾ ਹੈ। ਕਿਸੇ ਦੇਹਧਾਰੀ ਮਨੁੱਖ ਨੂੰ ਇਹ ਟਾਈਟਲ ਨਹੀਂ ਦੇ ਸਕਦੇ ਕਿਉਂਕਿ ਉਹ ਭ੍ਰਸ਼ਟਾਚਾਰ ਨਾਲ ਜਨਮ ਲੈਂਦੇ ਨੇ। ਬ੍ਰਹਮਾ ਬਾਪ ਨੂੰ ਸ਼੍ਰੀ ਕਹਿ ਸਕਦੇ ਨੇ ਕਿਉਂਕਿ ਇਹ ਉਹਨਾਂ ਦਾ ਅਲੌਕਿਕ ਜਨਮ ਹੈ। ਬ੍ਰਹਮਾ ਬਾਪ ਨੂੰ ਪਿਤਾ ਸ਼੍ਰੀ ਕਹਿੰਦੇ ਨੇ। ਬਾਬਾ ਨੇ ਕਹਾ ਕਹਿ ਸਕਦੇ ਹਾਂ ਕਿਉਂਕਿ ਇਹ ਉਹਨਾਂ ਦਾ ਅਲੌਕਿਕ ਜਨਮ ਹੈ। ਗੀਤ ਹੈ, ਪਾਪ ਦੀ ਦੁਨੀਆ ਤੋਂ ਕਿਤੇ ਦੂਰ ਲੈ ਚੱਲ। ਓਮ ਸ਼ਾਂਤੀ। ਬੱਚੇ ਹੁਣ ਸਮਝ ਗਏ, ਮਤਲਬ ਸਮਝਦਾਰ ਬਣ ਗਏ। ਜ਼ਰੂਰ ਪਹਿਲੇ ਬੇਸਮਝ ਸੀ। ਇਹ ਵੀ ਨਹੀਂ ਸਮਝ ਚਾਹੁੰਦਾ ਸੀ ਕਿ ਪਤਿਤ ਦੁਨੀਆ ਹੈ। ਇਸ ਭਾਰਤ ਵਿੱਚ ਦੇਵੀ ਦੇਵਤਾਵਾਂ ਦਾ ਰਾਜ ਸੀ। ਉਸ ਵਿੱਚ ਪਾਵਨ ਸੁਖੀ ਸੀ। ਉਸ ਵਿੱਚ ਦੁੱਖ ਦੀ ਗੱਲ ਨਹੀਂ ਸੀ। ਪਰੰਤੂ ਸ਼ਾਸਤਰਾਂ ਵਿੱਚ ਕਈ ਗੱਲਾਂ ਸੁਣਨ ਦੇ ਕਾਰਨ ਇਹ ਵੀ ਸਮਝ ਵਿੱਚ ਨਹੀਂ ਆਉਂਦਾ ਕਿ ਸਵਰਗ ਵਿੱਚ ਸਦਾ ਸੁੱਖ ਸੀ। ਸਵਰਗ ਦਾ ਕਿਸੇ ਨੂੰ ਪਤਾ ਨਹੀਂ ਹੈ। ਸਮਝਦੇ ਨੇ ਉੱਥੇ ਵੀ ਦੁੱਖ ਸੀ। ਇਹ ਹੈ ਬੇਸਮਝੀ। ਹੁਣ ਤੁਸੀਂ ਬੱਚੇ ਸਮਝਦਾਰ ਬਣੇ ਹੋ। ਬਾਪ ਨੇ ਆ ਕੇ ਸਮਝਾਇਆ ਹੈ। ਉਹਨਾਂ ਦੀ ਸ਼੍ਰੀਮਤ ਤੇ ਚੱਲ ਰਹੇ ਹੋ। ਇਹ ਪਤਿਤ ਦੁਨੀਆ ਹੈ। ਸਵਰਗ ਪਾਵਨ ਦੁਨੀਆ ਸੀ। ਪਾਵਨ ਦੁਨੀਆ ਵਿੱਚ ਦੁੱਖ ਹੋਵੇ ਫਿਰ ਤਾਂ ਦੁੱਖ ਦੀ ਦੁਨੀਆ ਹੀ ਕਹਾਂਗੇ। ਫਿਰ ਗੀਤ ਵੀ ਰੋਂਗ ਹੋ ਜਾਂਦਾ ਹੈ। ਕਹਿੰਦੇ ਨੇ, ਹੇ ਬਾਬਾ, ਇਹ ਜੀ ਜਗ੍ਹਾ ਲੈ ਚੱਲੋ ਜਿੱਥੇ ਆਰਾਮ, ਸੁੱਖ, ਚੈਨ ਹੋਵੇ। ਬੱਚੇ ਇਹ ਵੀ ਜਾਣਦੇ ਨੇ ਸਵਰਗ ਸੋਨੇ ਦੀ ਚਿੜੀਆ ਸੀ। ਦੇਵੀ ਦੇਵਤਾ ਵਾਸ ਕਰਦੇ ਸੀ। ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦੇ ਸੀ। ਗਾਉਂਦੇ ਵੀ ਨੇ। ਫਿਰ ਸ਼ਾਸਤਰਾਂ ਵਿੱਚ ਅਜਿਹੀਆਂ ਗੱਲਾਂ ਲਿਖ ਦਿੱਤੀਆਂ ਜੋ ਸਮਝਦੇ ਨੇ ਇਹ ਪਰੰਪਰਾ ਤੋਂ ਚੱਲਿਆ ਆਂਦਾ ਹੈ। ਕ੍ਰਿਸ਼ਨ ਤੇ ਵੀ ਝੂਠੇ ਕਲੰਕ ਲਗਾ ਦਿੱਤੇ। ਕਿਹਾ ਜਾਂਦਾ ਜਿਵੇਂ ਦੀ ਦ੍ਰਿਸ਼ਟੀ ਉਵੇਂ ਦੀ ਸ੍ਰਿਸ਼ਟੀ। ਸਮਝਦੇ ਨੇ ਸਾਰੀ ਸ੍ਰਿਸ਼ਟੀ ਹੀ ਪਤਿਤ ਹੈ। ਇਸ ਸਮੇਂ ਉਹਨਾਂ ਦੀ ਦ੍ਰਿਸ਼ਟੀ ਹੀ ਪਤਿਤ ਹੈ ਤਾਂ ਸਾਰੀ ਸ੍ਰਿਸ਼ਟੀ ਨੂੰ ਵੀ ਪਤਿਤ ਸਮਝ ਲੈਂਦੇ ਨੇ। ਸਮਝਦੇ ਨੇ ਪਰੰਪਰਾ ਤੋਂ ਪਤਿਤ ਬਣਾ ਚੱਲਿਆ ਆਇਆ। ਹੁਣ ਤੁਸੀਂ ਬੱਚਿਆਂ ਨੂੰ ਸਮਝ ਆਉਂਦੀ ਜਾ ਰਹੀ ਹੈ। 100ਵੀਂ ਨੰਬਰ ਵਾਰ ਪੁਰਸ਼ਾਰਥ ਅਨੁਸਾਰ ਪਰਮ ਪਿਤਾ ਪਰਮਾਤਮਾ ਦੇ ਬੱਚਿਆਂ ਨੂੰ ਡਾਇਰੈਕਸ਼ਨ ਮਿਲਦੇ ਨੇ। ਆਤਮਾਵਾਂ ਨੂੰ ਬੈਠ ਬਾਪ ਸਮਝਾਉਂਦੇ ਨੇ। ਸਾਰੀ ਆਤਮਾਵਾਂ ਪਤਿਤ ਨੇ। ਇਸ ਲਈ ਪਤਿਤ ਆਤਮਾ ਪੁੰਨ ਆਤਮਾ ਕਿਹਾ ਜਾਂਦਾ ਹੈ। ਬਾਪ ਆਤਮਾਵਾਂ ਨਾਲ ਬੈਠ ਗੱਲ ਕਰਦੇ ਨੇ। ਤੁਸੀਂ ਸਾਡੇ ਅਵਿਨਾਸ਼ੀ ਬੱਚੇ ਹੋ। ਫਿਰ ਮੰਮਾ ਬਾਬਾ ਵੀ ਕਹਿੰਦੇ ਨੇ, ਇਸ ਦੁਨੀਆ ਵਿੱਚ ਕਿਸੇ ਨੂੰ ਵੀ ਪਿਤਾ ਸ਼੍ਰੀ ਨਹੀਂ ਕਹਿ ਸਕਦੇ। ਸ਼੍ਰੀ ਮਾਨਾ ਸ੍ਰੇਸ਼ਟ। ਇੱਕ ਵੀ ਮਨੁੱਖ ਸ੍ਰੇਸ਼ਟ ਹੈ ਨਹੀਂ। ਇਹ ਤਾਂ ਇੱਕ ਦੀ ਮਹਿਮਾ ਹੋ ਸਕਦੀ ਹੈ। ਇੱਥੇ ਤਾਂ ਸਭ ਭ੍ਰਸ਼ਟਾਚਾਰ ਨਾਲ ਹੀ ਪੈਦਾ ਹੁੰਦੇ ਨੇ। ਇਸ ਲਈ ਸ਼੍ਰੀ ਕਹਿ ਨਹੀਂ ਸਕਦੇ। ਤੁਸੀਂ ਭਾਵੇਂ ਇਹਨਾਂ ਨੂੰ ਬ੍ਰਹਮਾ ਨੂੰ ਇਸ ਵੇਲੇ ਕਹਿੰਦੇ ਹੋ ਕਿਉਂਕਿ ਇਹਨਾਂ ਨੇ ਸੰਨਿਆਸ ਕੀਤਾ ਹੋਇਆ ਹੈ ਸ੍ਰੇਸ਼ਟ ਬਣਨ ਦੇ ਲਈ। ਤੁਸੀਂ ਜਾਣਦੇ ਹੋ ਹੁਣ ਅਸੀਂ ਫਰਿਸ਼ਤੇ ਬਣਨ ਵਾਲੇ ਹਾਂ। ਭ੍ਰਸ਼ਟ ਨੂੰ ਸ਼੍ਰੀ ਕਹਿ ਨਹੀਂ ਸਕਦੇ। ਸ਼੍ਰੀ ਲਕਸ਼ਮੀ, ਸ਼੍ਰੀ ਨਾਰਾਇਣ, ਸ਼੍ਰੀ ਰਾਧੇ, ਸ਼੍ਰੀ ਕ੍ਰਿਸ਼ਨ ਕਹਿੰਦੇ ਨੇ। ਮੰਦਰਾਂ ਵਿੱਚ ਉਹਨਾਂ ਦੀ ਮਹਿਮਾ ਗਾਉਂਦੇ ਨੇ। ਆਪਣੇ ਆਪ ਨੂੰ ਸ੍ਰੇਸ਼ਟ ਕਹਿ ਨਹੀਂ ਸਕਦੇ। ਹੁਣ ਤੁਸੀਂ ਬੱਚਿਆਂ ਨੇ ਸਮਝਿਆ ਹੈ ਭਾਰਤ ਸ੍ਰੇਸ਼ਟ ਸੀ।
ਸ਼ੁੱਧ ਸ੍ਰਿਸ਼ਟੀ ਸੀ, ਹੁਣ ਪਤਿਤ ਸ੍ਰਿਸ਼ਟੀ ਹੈ। ਪਤਿਤ ਨੂੰ ਭ੍ਰਿਸ਼ਟਾਚਾਰੀ ਕਹਾਂਗੇ। ਉਹ ਲੋਕ ਭ੍ਰਿਸ਼ਟਾਚਾਰੀਆਂ ਨੂੰ ਸ੍ਰੇਸ਼ਟ ਬਣਾਉਣ ਦੇ ਲਈ ਸਭਾਵਾਂ ਕਰਦੇ ਨੇ, ਪਰ ਦੁਨੀਆ ਹੀ ਭ੍ਰਿਸ਼ਟਾਚਾਰੀ, ਤਾਂ ਕੋਈ ਕਿਸੇ ਨੂੰ ਸ੍ਰੇਸ਼ਟਾਚਾਰੀ ਕਿਵੇਂ ਬਣਾ ਸਕਦੇ ਨੇ। ਬਰੋਬਰ ਇਹ ਰਾਵਣ ਰਾਜ ਹੈ, ਜਿਸ ਕਾਰਨ ਰਾਵਣ ਨੂੰ ਵਰੇ ਵਰੇ ਸਾੜਦੇ ਹਾਂ ਪਰ ਸੜਦਾ ਨਹੀਂ, ਫਿਰ ਖੜਾ ਹੋ ਜਾਂਦਾ ਹੈ। ਇਹ ਵੀ ਮਨੁੱਖਾਂ ਨੂੰ ਸਮਝ ਵਿੱਚ ਨਹੀਂ ਆਉਂਦਾ, ਜਿਸ ਨੂੰ ਸਾੜ ਦਿੱਤਾ ਉਸ ਨੂੰ ਨਵਾਂ ਕਿਉਂ ਬਣਾਉਂਦੇ ਹਾਂ। ਇਸ ਤੋਂ ਸਿੱਧ ਹੁੰਦਾ ਹੈ ਰਾਵਣ ਰਾਜ ਗਿਆ ਨਹੀਂ ਹੈ। ਸਵਰਗ ਵਿੱਚ ਜਦੋਂ ਰਾਮ ਰਾਜ ਹੁੰਦਾ ਹੈ, ਉੱਥੇ ਤਾਂ ਅਫੀਜ਼ੀ ਕੱਢਾਂਗੇ ਨਹੀਂ, ਪੁਤਲੇ ਕੱਢਾਂਗੇ ਨਹੀਂ। ਕਹਿੰਦੇ ਨੇ ਰਾਵਣ ਨੂੰ ਸਾੜਿਆ, ਫਿਰ ਲੰਕਾ ਨੂੰ ਲੁੱਟਿਆ। ਰਾਵਣ ਦੀ ਲੰਕਾ ਸੋਨੇ ਦੀ ਦੱਸਦੇ ਨੇ, ਪਰ ਅਜਿਹਾ ਹੈ ਨਹੀਂ। ਇਹ ਸਾਰੀ ਦੁਨੀਆ ਹੀ ਲੰਕਾ ਹੈ। ਰਾਵਣ ਰਾਜ ਤਾਂ ਸਾਰੀ ਦੁਨੀਆ ਤੇ ਹੈ। ਉਹ ਸ਼੍ਰੀਲੰਕਾ ਤਾਂ ਇੱਕ ਆਈਲੈਂਡ ਹੈ, ਦਵੀਪ ਹੈ ਨਾ। ਵਿਖਾਇਆ ਗਿਆ ਭਾਰਤ ਦੀ ਪੂਛੜੀ ਹੈ, ਪਰੰਤੂ ਸਿਰਫ ਉਸ ਵਿੱਚ ਰਾਵਣ ਰਾਜ ਨਹੀਂ। ਰਾਵਣ ਰਾਜ ਤਾਂ ਸਾਰੇ ਵਿਸ਼ਵ ਤੇ ਹੈ। ਇਹ ਵੀ ਤੁਸੀਂ ਸਮਝਦੇ ਹੋ। ਕਾਲਜ ਵਿੱਚ ਕੋਈ ਬੇਸਮਝ ਜਾ ਕੇ ਬੈਠੇ ਤਾਂ ਕੀ ਸਮਝ ਸਕੇਗਾ? ਕੁਝ ਵੀ ਨਹੀਂ। ਵੇਸਟ ਆਫ ਟਾਈਮ ਕਰਨਗੇ ਨਾ। ਇਹ ਈਸ਼ਵਰੀ ਕਾਲਜ ਹੈ। ਇਸ ਵਿੱਚ ਨਵੇਂ ਆਦਮੀ ਕੁਝ ਸਮਝ ਨਾ ਸਕਣਗੇ। 7 ਦਿਨ ਕੁਆਰੰਟਾਈਨ ਵਿੱਚ ਬਿਠਾਣਾ ਪਵੇ, ਜਦੋਂ ਤੱਕ ਲਾਇਕ ਬਣਨ। ਫਿਰ ਵੀ ਚੰਗਾ ਆਦਮੀ ਰਿਲੀਜੀਅਸ ਮਾਈਂਡਡ ਹੋਵੇਗਾ। ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਪਰਮ ਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ, ਉਹ ਕੀ ਲੱਗਦੇ ਨੇ? ਉਹ ਤਾਂ ਹੈ ਆਤਮਾਵਾਂ ਦਾ ਪਿਤਾ। ਪ੍ਰਜਾ ਪਿਤਾ ਵੀ ਬਾਪ ਹੈ। ਇਹ ਪੁਆਇੰਟ ਬੜੇ ਚੰਗੇ ਨੇ, ਪਰ ਬੱਚੇ ਹਾਲੇ ਇੰਨਾ ਖੁਸ਼ ਨਹੀਂ ਹੁੰਦੇ। ਬਾਪ ਕਹਿੰਦੇ ਨੇ ਤੁਹਾਨੂੰ ਨਵੇਂ ਪੁਆਇੰਟ ਸੁਣਾਉਂਦਾ ਹਾਂ, ਜਿਸ ਨਾਲ ਤੁਹਾਨੂੰ ਨਸ਼ਾ ਚੜੇ, ਕਿਸੇ ਨੂੰ ਸਮਝਾਉਣ ਦੀ ਯੁਕਤੀ ਆਵੇ। ਫਾਰਮ ਭਰਾਉਣ ਦੀ ਕਾਪੀ ਵਿੱਚ ਪਹਿਲੇ ਇਹੀ ਪ੍ਰਸ਼ਨ ਲਿਖਵਾਣਾ ਹੈ। ਕਹਿਣਗੇ ਪਰਮ ਪਿਤਾ ਤਾਂ ਪਿਤਾ ਹੋਇਆ ਨਾ। ਫਿਰ ਉਸ ਸਮੇਂ ਸਰਵਿਆਪੀ ਦਾ ਗਿਆਨ ਉੱਡ ਜਾਏਗਾ। ਤੁਸੀਂ ਜਦੋਂ ਪ੍ਰਸ਼ਨ ਪੁੱਛੋਗੇ ਤਾਂ ਕਹਿਣਗੇ ਉਹ ਤਾਂ ਬਾਪ ਹੈ, ਅਸੀਂ ਸਭ ਬੱਚੇ ਹਾਂ। ਐਨਾ ਮੰਨ ਜਾਣ ਤਾਂ ਝੱਟ ਲਿਖਵਾ ਲੈਣਾ ਚਾਹੀਦਾ ਹੈ। ਪ੍ਰਜਾ ਪਿਤਾ ਦੇ ਵੀ ਬੱਚੇ ਠਹਿਰੇ। ਸ਼ਿਵ ਹੋ ਗਿਆ ਦਾਦਾ, ਇਹ ਹੈ ਬਾਪ। ਸ਼ਿਵ ਬਾਬਾ ਤਾਂ ਸਵਰਗ ਦੀ ਸਥਾਪਨਾ ਕਰਨ ਵਾਲਾ ਹੈ। ਉਹਨਾਂ ਤੋਂ ਹੀ ਵਰਸਾ ਮਿਲੇਗਾ। ਸਹਿਜ ਤੋਂ ਸਹਿਜ ਗੱਲਾਂ ਕੱਢਣੀਆਂ ਪੈਂਦੀਆਂ ਨੇ, ਬਹੁਤ ਸਹਿਜ ਹੈ। ਮਿੱਤਰ ਸੰਬੰਧੀਆਂ ਦੇ ਕੋਲ ਵੀ ਜਾਓ, ਉਹਨਾਂ ਨੂੰ ਵੀ ਸਮਝਾਓ। ਇਹ ਤਾਂ ਨਸ਼ਾ ਹੈ ਨਾ। ਅਸੀਂ ਬਾਬਾ ਦੁਆਰਾ ਦਾਦੇ ਤੋਂ ਵਰਸਾ ਪਾ ਰਹੇ ਹਾਂ, ਬਾਪ ਦਾਦਾ ਤੋਂ ਵਰਸਾ ਪਾਉਂਦੇ ਹਾਂ। ਮਾਤਾ ਤੋਂ ਵਰਸਾ ਨਹੀਂ ਮਿਲੇਗਾ। ਬਾਪ ਨੂੰ ਹੀ ਸਵਰਗ ਦੀ ਸਥਾਪਨਾ ਕਰਨੀ ਹੈ ਨਾ। ਉਹੀ ਮਾਲਿਕ ਹੈ। ਜਿਵੇਂ ਉਹਨਾਂ ਨੂੰ ਦਾਦੇ ਤੋਂ ਵਰਸੇ ਦਾ ਹੱਕ ਹੈ, ਉਵੇਂ ਪੋਤਰੇ ਪੋਤਰੀਆਂ ਨੂੰ ਵੀ ਹੱਕ ਹੈ। ਬਾਪ ਕਹਿੰਦੇ ਨੇ ਸਿਰਫ ਮੈਨੂੰ ਯਾਦ ਕਰੋ। ਮੈਂ ਕਹਿੰਦਾ ਨਹੀਂ ਇਸ ਦੇਹਧਾਰੀ ਨੂੰ ਯਾਦ ਕਰੋ। ਬਾਪ ਸਨਮੁਖ ਗੱਲ ਕਰ ਰਹੇ ਨੇ। ਕੱਲ ਪਹਿਲੇ ਵੀ ਐਵੇਂ ਹੀ ਸਮਝਾਇਆ ਸੀ। ਵਰਸਾ ਵੀ ਤੁਹਾਨੂੰ ਬਾਪ ਦਾਦਾ ਦੁਆਰਾ ਮਿਲਦਾ ਹੈ, ਐਵੇਂ ਨਹੀਂ ਮੰਮਾ ਦੁਆਰਾ ਮਿਲਦਾ ਹੈ। ਤੁਹਾਨੂੰ ਦੇਹ ਅਭਿਮਾਨ ਬਹੁਤ ਆ ਜਾਂਦਾ ਹੈ, ਦੇਹਧਾਰੀਆਂ ਨਾਲ ਲਵ ਹੋ ਜਾਂਦਾ ਹੈ। ਹੇ ਆਤਮਾਓ, ਤੁਸੀਂ ਅਸ਼ਰੀਰੀ ਆਏ ਸੀ, ਫਿਰ ਪਾਠ ਵਜਾਉਂਦੇ ਹੁਣ 84 ਜਨਮ ਪੂਰੇ ਕੀਤੇ। ਹੁਣ ਮੈਂ ਕਹਿੰਦਾ ਹਾਂ ਤੁਹਾਨੂੰ ਵਾਪਿਸ ਘਰ ਚੱਲਣਾ ਹੈ। ਮਮ ਏਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਦੇਹਧਾਰੀ ਨੂੰ ਯਾਦ ਕਰਨ ਨਾਲ ਕਦੇ ਵਿਕਰਮ ਵਿਨਾਸ਼ ਨਹੀਂ ਹੋਣਗੇ। ਤੁਸੀਂ ਅੰਜਾਮ ਕੀਤਾ ਸੀ ਨਾ, ਵਾਅਦਾ ਕਰਦੇ ਹੋ ਨਾ, ਬਾਬਾ ਅਸੀਂ ਸਿਰਫ ਤੁਹਾਨੂੰ ਹੀ ਯਾਦ ਕਰਾਂਗੇ। ਤੁਹਾਨੂੰ ਇਸ ਪੁਰਾਣੀ ਦੁਨੀਆ ਵਿੱਚ ਹੁਣ ਰਹਿਣਾ ਨਹੀਂ। ਇਸ ਵਿੱਚ ਕੋਈ ਚੈਨ ਨਹੀਂ। ਇਸ ਲਈ ਕਹਿੰਦੇ ਹੋ ਅਜਿਹੀ ਜਗ੍ਹਾ ਲੈ ਚਲੋ ਜਿੱਥੇ ਸੁਖ ਚੈਨ ਮਿਲੇ। ਤੁਸੀਂ ਕਹਿੰਦੇ ਹੋ ਅਸੀਂ ਪਹਿਲੇ ਜਾਵਾਂਗੇ ਸ਼ਾਂਤੀ ਧਾਮ, ਜਿੱਥੇ ਸ਼ਾਂਤੀ ਹੀ ਸ਼ਾਂਤੀ ਹੋਵੇ। ਫਿਰ ਜਾਵਾਂਗੇ ਉੱਥੋਂ ਸੁਖ ਧਾਮ ਵਿੱਚ, ਜਿੱਥੇ ਸੁਖ ਸ਼ਾਂਤੀ ਦੋਵੇਂ ਨੇ। ਜਦੋਂ ਦੁੱਖ ਹੈ ਤਾਂ ਅਸ਼ਾਂਤੀ ਹੈ, ਸੁਖ ਵਿੱਚ ਸ਼ਾਂਤੀ ਹੈ ਹੀ, ਪਰੰਤੂ ਉਹ ਸ਼ਾਂਤੀ ਨਹੀਂ। ਸ਼ਾਂਤੀ ਧਾਮ ਹੈ ਆਤਮਾਵਾਂ ਦਾ ਸਵੀਟ ਹੋਮ। ਬਾਪ ਸਾਰੇ ਆਦਿ ਮੱਧ ਅੰਤ ਨੂੰ ਜਾਣਨ ਵਾਲਾ ਹੈ। ਹੁਣ ਤੁਸੀਂ ਬੱਚਿਆਂ ਦਾ ਧੰਦਾ ਹੀ ਹੈ ਪੜ੍ਹਨਾ ਤੇ ਪੜ੍ਹਾਣਾ। ਆਪਣੇ ਸਰੀਰ ਨਿਰਵਾਹ ਲਈ ਕਰਮ ਵੀ ਕਰਨਾ ਹੈ। ਤੁਸੀਂ ਜਾਣਦੇ ਹੋ ਅਸੀਂ ਇਸ ਮ੍ਰਿਤੂ ਲੋਕ ਤੋਂ ਅਮਰ ਲੋਕ ਵਿੱਚ ਚਲੇ ਜਾਵਾਂਗੇ, ਵਾਇਆ ਸ਼ਾਂਤੀ ਧਾਮ। ਇਹ ਬੁੱਧੀ ਵਿੱਚ ਯਾਦ ਰੱਖਣਾ ਹੈ।
ਜਦੋਂ ਤੱਕ ਮੌਤ ਨਹੀਂ ਹੁੰਦਾ ਪੜ੍ਹਨਾ ਹੀ ਹੈ। ਇਹ ਤਾਂ ਯਾਦ ਕਰ ਸਕਦੇ ਹੋ ਨਾ। ਹੁਣ ਸਾਨੂੰ ਜਾਣਾ ਹੈ ਆਪਣੇ ਘਰ। ਇਹ ਦੁਨੀਆ, ਇਹ ਸਭ ਕੁਝ ਛੱਡਣਾ ਹੀ ਹੈ। ਖੁਸ਼ੀ ਹੋਣੀ ਚਾਹੀਦੀ ਹੈ। ਇਸ ਬੇਹੱਦ ਦੇ ਨਾਟਕ ਦਾ ਰਾਜ ਵੀ ਸਮਝ ਗਏ ਹੋ। ਹੱਦ ਦਾ ਨਾਟਕ ਪੂਰਾ ਹੁੰਦਾ ਹੈ ਤਾਂ ਕੱਪੜੇ ਬਦਲੀ ਕਰ ਘਰ ਚਲੇ ਜਾਂਦੇ ਨੇ ਨਾ। ਹੁਣ ਐਵੇਂ ਹੁਣ ਤਾਂ ਅਸੀਂ ਵੀ ਜਾਣਾ ਹੈ। 84 ਜਨਮਾਂ ਦਾ ਚੱਕਰ ਪੂਰਾ ਹੋਇਆ। ਯਾਦ ਵੀ ਕਰਦੇ ਨੇ, ਹੇ ਪਤਿਤ ਪਾਵਨ ਆਓ। ਯਾਦ ਸ਼ਿਵ ਬਾਬਾ ਨੂੰ ਹੀ ਕਰਾਂਗੇ। ਇੱਕ ਪਾਸੇ ਕਹਿੰਦੇ ਪਤਿਤ ਪਾਵਨ ਆਓ, ਦੂਜੇ ਪਾਸੇ ਕਹਿ ਦਿੰਦੇ ਪਰਮਾਤਮਾ ਤਾਂ ਸਰਵਵਿਆਪੀ ਹੈ। ਕੋਈ ਅਰਥ ਨਹੀਂ ਨਿਕਲਦਾ। ਬੱਚਿਆਂ ਨੂੰ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਨੇ, ਸ਼ਾਂਤੀ ਧਾਮ ਨੂੰ ਯਾਦ ਕਰੋ, ਇਹ ਦੁੱਖ ਧਾਮ ਹੈ। ਹੋਰ ਗੁਰੂ ਗੋਸਾਈ ਨੂੰ ਇਹ ਕਹਿਣਾ ਆਵੇਗਾ ਨਹੀਂ, ਸਿਵਾਏ ਤੁਸੀਂ ਬ੍ਰਾਹਮਣ ਬ੍ਰਾਹਮਣੀਆਂ ਦੇ। ਇਸ ਦੁੱਖ ਧਾਮ ਦਾ ਵਿਨਾਸ਼ ਸਾਹਮਣੇ ਖੜਾ ਹੈ। ਇਹ ਉਹੀ ਮਹਾਭਾਰਤ ਦੀ ਲੜਾਈ ਹੈ। ਯੂਰਪ ਵਾਸੀ ਯਾਦਵ ਵੀ ਨੇ, ਕੌਰਵ ਪਾਂਡਵ ਭਾਈ ਭਾਈ ਵੀ ਨੇ। ਇੱਕ ਹੀ ਘਰ ਦੇ ਨੇ ਨਾ। ਭਾਈ ਭਾਈ ਵਿੱਚ ਯੁੱਧ ਹੋ ਨਹੀਂ ਸਕਦੀ। ਇੱਥੇ ਯੁੱਧ ਦੀ ਗੱਲ ਨਹੀਂ ਹੈ, ਇਹ ਵੀ ਵੰਡਰ ਹੈ। ਮਨੁੱਖ ਕੀ ਨਹੀਂ ਕਰ ਸਕਦਾ ਹੈ। ਜੋ ਗੱਲਾਂ ਹੋਈਆਂ ਹੀ ਨਹੀਂ ਉਹ ਵੀ ਬਣਾ ਬਣਾ ਕੇ ਇੱਕ ਦੂਜੇ ਦੇ ਦਿਲ ਨੂੰ ਖਰਾਬ ਕਰ ਦਿੰਦੇ ਨੇ। ਵਿਆਸ ਭਗਵਾਨ ਦਾ ਧੰਦਾ ਵੇਖੋ ਕਿਵੇਂ ਦਾ ਹੈ। ਮਨੁੱਖਾਂ ਦਾ ਧੰਦਾ ਹੀ ਹੈ ਇੱਕ ਦੂਜੇ ਨੂੰ ਲੜਾਣਾ। ਇਹ ਤਾਂ ਇੱਕ ਰਸਮ ਹੈ। ਸਾਰੇ ਇੱਕ ਦੂਜੇ ਦੇ ਦੁਸ਼ਮਣ ਬਣਦੇ ਨੇ। ਬੱਚੇ ਵੀ ਬਾਪ ਦੇ ਦੁਸ਼ਮਣ ਬਣ ਜਾਂਦੇ ਨੇ। ਹੁਣ ਤੁਹਾਡੀ ਬੁੱਧੀ ਵਿੱਚ ਵੇਖੋ ਕੀ ਹੈ, ਸ਼ਾਸਤਰਾਂ ਵਿੱਚ ਵੇਖੋ ਕੀ ਕੀ ਲਿਖ ਦਿੱਤਾ। ਉਹਨਾਂ ਦਾ ਫਿਰ ਮਾਨ ਕਿੰਨਾ ਰੱਖਦੇ ਨੇ। ਵੱਡੀ ਵੱਡੀ ਪਰਿਕਰਮਾ ਦਿਲਾਉਂਦੇ ਨੇ। ਦੇਵਤਾਵਾਂ ਦੀਆਂ ਮੂਰਤੀਆਂ ਨੂੰ ਵੀ ਰੱਥ ਤੇ ਬਿਠਾ ਕੇ ਵੱਡੀ ਪਰਿਕਰਮਾ ਕਰਾਉਂਦੇ ਨੇ। ਫਿਰ ਸਮੁੰਦਰ ਵਿੱਚ ਜਾ ਕੇ ਪਾ ਦਿੰਦੇ ਨੇ। ਮ੍ਰਿਤਿੂ ਲੋਕ ਦੀ ਰਸਮ ਰਿਵਾਜ ਸਭ ਦੀ ਆਪਣੀ ਆਪਣੀ। ਬਾਬਾ ਦਾ ਪਲਾਨ ਵੇਖੋ ਕਿੰਨਾ ਵੱਡਾ ਹੈ। ਸਭ ਦੇ ਪਲਾਨ ਖਤਮ ਕਰ ਦਿੰਦੇ ਨੇ। ਸੁਖ ਧਾਮ ਦੀ ਸਥਾਪਨਾ ਕਰ ਦਿੰਦੇ ਨੇ। ਬਾਕੀ ਸਭ ਨੂੰ ਸ਼ਾਂਤੀ ਧਾਮ ਵਿੱਚ ਭੇਜ ਦਿੰਦੇ ਨੇ। ਤੁਸੀਂ ਬੱਚੇ ਵੇਖੋ ਕਿਸ ਦੇ ਸਾਹਮਣੇ ਬੈਠੇ ਹੋ। ਨਿਸ਼ਚੈ ਹੈ ਪਰਮ ਪਿਤਾ ਪਰਮਾਤਮਾ ਗਿਆਨ ਦਾ ਸਾਗਰ ਹੈ। ਇਹਨਾਂ ਔਰਗਨਸ ਦੁਆਰਾ ਸਾਨੂੰ ਨੌਲੇਜ ਦੇ ਰਹੇ ਨੇ। ਹੋਰ ਕੋਈ ਅਜਿਹਾ ਸਤਸੰਗ ਹੋਏਗਾ ਨਹੀਂ। ਹੁਣ ਬਾਪ ਸਾਹਮਣੇ ਬੈਠ ਸਮਝਾਉਂਦੇ ਨੇ। ਜਾਣਦੇ ਹੋ ਬਾਪ ਆਤਮਾਵਾਂ ਨਾਲ ਗੱਲ ਕਰਦੇ ਨੇ। ਅਸੀਂ ਕੰਨਾਂ ਨਾਲ ਸੁਣਦੇ ਹਾਂ। ਬਾਬਾ ਇਸ ਦਾਦਾ ਦੇ ਮੂੰਹ ਦੁਆਰਾ ਬੋਲਦੇ ਨੇ। ਜੋ ਰਤਨ ਬਾਬਾ ਦੇ ਮੂੰਹ ਤੋਂ ਨਿਕਲਦੇ ਨੇ ਉਹੀ ਤੁਸੀਂ ਬੱਚਿਆਂ ਦੇ ਮੂੰਹ ਵਿੱਚੋਂ ਨਿਕਲਣੇ ਚਾਹੀਦੇ ਨੇ। ਫਾਲਤੂ ਗੱਲਾਂ ਸੁਣਦੇ ਵੀ ਨਹੀਂ ਸੁਣਨੀਆਂ ਨੇ। ਕਈ ਤਾਂ ਬੈਠ ਖੁਸ਼ੀ ਨਾਲ ਸੁਣਦੇ ਨੇ। ਬਾਬਾ ਕਹਿੰਦੇ ਅਜਿਹੀਆਂ ਗੱਲਾਂ ਸੁਣੋ ਨਹੀਂ। ਰਹਿਮ ਦਿਲ ਬਣ। ਕਿਸੇ ਵਿੱਚ ਕੋਈ ਪੁਰਾਣੀ ਆਦਤ ਹੈ ਤਾਂ ਮਿਟਾਣੀ ਚਾਹੀਦੀ ਹੈ। ਹਾਂਜੀ ਕਹਿ ਕੇ ਸੁਣਨਾ ਨਹੀਂ ਚਾਹੀਦਾ। ਜੋ ਬਾਬਾ ਸੁੱਖ ਧਾਮ ਦਾ ਮਾਲਿਕ ਬਣਾਉਂਦੇ ਨੇ ਅਜਿਹੇ ਬਾਬਾ ਦੀ ਗੱਲਾਂ ਨਹੀਂ ਅਸੀਂ ਨਹੀਂ ਸੁਣਾਂਗੇ। ਸਾਨੂੰ ਤਾਂ ਸ਼ਿਵ ਬਾਬਾ ਤੋਂ ਵਰਸਾ ਲੈਣਾ ਚਾਹੀਦਾ ਹੈ। ਹੋਰ ਗੱਲਾਂ ਤੋਂ ਸਾਡਾ ਕੀ ਤਾਲੁਕ। ਕੋਈ ਸੁਣੇ ਜਾਂ ਨਾ ਸੁਣੇ ਅਸੀਂ ਤਾਂ ਗਿਆਨ ਦਾ ਸੁਰਮਾ ਪਾ ਲਈਏ। ਕੋਈ ਗਿਆਨ ਅੰਜਨ ਲਗਾਉਂਦੇ, ਕੋਈ ਗਿਆਨ ਧੂਲ ਲਗਾ ਲੈਂਦੇ ਨੇ। ਉਸ ਵਿੱਚ ਤੀਜਾ ਨੇਤਰ ਖੁੱਲਦਾ ਨਹੀਂ। ਬਾਬਾ ਕਿੰਨਾ ਸਹਿਜ ਕਰ ਸਮਝਾਉਂਦੇ ਨੇ। ਜੋ ਕਿੰਨਾ ਵੀ ਕੋਈ ਰੋਗੀ ਅੰਨਾ ਕੁਬਜਾ ਹੈ ਸਮਝ ਜਾਵੇ। ਅਲਫ ਤੇ ਬੇ 2 ਅੱਖਰ ਨੇ। ਸਿਰਫ ਪੁੱਛੋ ਪਰਮ ਪਿਤਾ ਪਰਮਾਤਮਾ ਪ੍ਰਜਾਪਿਤਾ ਬ੍ਰਹਮਾ ਨਾਲ ਤੁਹਾਡਾ ਕੀ ਸੰਬੰਧ ਹੈ। ਇਹ ਪ੍ਰਸ਼ਨ ਸਭ ਤੋਂ ਚੰਗਾ ਹੈ ਤਾਂ ਸਰਵਵਿਆਪੀ ਦਾ ਗਿਆਨ ਇੱਕਦਮ ਬਾਹਰ ਨਿਕਲ ਜਾਏਗਾ। ਮਿੱਤਰ ਸੰਬੰਧੀਆਂ ਨਾਲ ਦੋਸਤੀ ਕਰ, ਉਹਨਾਂ ਨੂੰ ਵੀ ਸਮਝਾਓ। ਬਹੁਤ ਮਿੱਠਾ ਬਣੋ। ਤੁਹਾਡਾ ਕੰਮ ਹੈ ਪਰਿਚੈ ਦੇਣਾ। ਭਾਵੇਂ ਦੁਸ਼ਮਣ ਹੋਵੇ ਪਰ ਉਹਨਾਂ ਨਾਲ ਵੀ ਮਿੱਤਰਤਾ ਰੱਖਣੀ ਹੈ। ਬਾਪ ਕਹਿੰਦੇ ਨੇ ਤੁਸੀਂ ਆਸੁਰੀ ਮੱਤ ਤੇ ਚੱਲ। ਮੈਨੂੰ ਗਾਲਾਂ ਦਿੱਤੀਆਂ। ਤੁਸੀਂ ਈਸ਼ਵਰ ਤੇ ਅਪਕਾਰ ਕੀਤਾ। ਫਿਰ ਵੀ ਈਸ਼ਵਰ ਤੁਹਾਡੇ ਤੇ ਕਿੰਨਾ ਉਪਕਾਰ ਕਰਦੇ ਨੇ। ਈਸ਼ਵਰ ਦਾ ਅਪਕਾਰ ਹੋਣਾ ਵੀ ਡਰਾਮਾ ਵਿੱਚ ਨੂੰਦ ਹੈ। ਤਾਂ ਹੀ ਕਹਿੰਦੇ ਨੇ ਯਦਾ ਯਦਾ ਹੀ ਧਰਮਸਯ ਗਲਾਨੀ ਭਵਤੀ ਭਾਰਤ। ਆਇਆ ਵੀ ਭਾਰਤ ਵਿੱਚ ਸਮਝਾ ਵੀ ਰਹੇ ਨੇ ਬੱਚਿਆਂ ਨੂੰ। ਹਰ ਇੱਕ ਗੱਲ ਚੰਗੀ ਤਰ੍ਹਾਂ ਸਮਝਾਉਂਦੀ ਹੈ। ਕਿਸੇ ਦੀ ਤਕਦੀਰ ਵਿੱਚ ਨਹੀਂ। ਫਿਰ ਵੀ ਉਹੀ ਧੰਦਾ ਕਰਦੇ ਰਹਿੰਦੇ।
ਇੱਥੋਂ ਬਾਹਰ ਗਏ ਉਹ ਗੱਲਾਂ ਹੀ ਭੁੱਲ ਜਾਂਦੀਆਂ ਨੇ। ਨਿੰਦਾ ਕਰਦੇ ਕਰਦੇ ਇਹ ਹਾਲ ਹੋ ਗਿਆ। ਹੁਣ ਨਿੰਦਾ ਕਰਨਾ ਬੰਦ ਕਰੋ ਨਾ। ਸਿਰਫ ਪੰਡਿਤ ਨਹੀਂ ਬਣਨਾ, ਤੁਸੀਂ ਪੱਕੇ ਰਾਜਯੋਗੀ ਹੋ। ਐਵੇਂ ਸਮਝਾਓ ਜੋ ਤੀਰ ਵੀ ਲੱਗੇ। ਖੁਦ ਵਿੱਚ ਗਲਤੀ ਹੋਵੇਗੀ, ਦੂਜਿਆਂ ਨੂੰ ਕਹਿ ਨਹੀਂ ਸਕੋਗੇ। ਪਾਪ ਅੰਦਰ ਖਾਂਦਾ ਰਹੇਗਾ। ਬਾਬਾ ਹਰ ਗੱਲ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਨੇ। ਕੱਲ ਪਹਿਲੇ ਇਹੀ ਸਮਝਾਇਆ ਸੀ, ਭੁੱਲੋ ਨਾ। ਸਿਮਰਨ ਕਰਦੇ ਕਰਦੇ ਅੰਤਮਤੀ ਸੁਗਤੀ ਹੋ ਜਾਏਗੀ। ਸਵੇਰੇ ਉੱਠ ਕੇ ਬਾਪ ਨੂੰ ਯਾਦ ਕਰੋ। ਅੰਤ ਵਿੱਚ ਦੇਵੀ ਯਾਦ ਨਾ ਆਵੇ, ਅਸੀਂ ਆਤਮਾ ਹਾਂ। ਇਹੀ ਅਭਿਆਸ ਪੱਕਾ ਹੋ ਜਾਏ। ਅੱਛਾ ਮਿੱਠੇ ਮਿੱਠੇ ਸਿਕਿਲਾ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ, ਜੋ ਰਤਨ ਬਾਪ ਦੇ ਮੂੰਹ ਤੋਂ ਨਿਕਲਦੇ ਨੇ ਉਹੀ ਆਪਣੇ ਮੂੰਹ ਤੋਂ ਕੱਢਣੇ ਨੇ। ਵਿਅਰਥ ਗੱਲਾਂ ਨਾ ਬੋਲਣੀਆਂ ਨੇ ਨਾ ਸੁਣਨੀਆਂ ਨੇ। ਗਿਆਨ ਦਾ ਹੀ ਸੁਰਮਾ ਪਾਉਣਾ ਹੈ। ਦੂਜਾ, ਸਭ ਨਾਲ ਸੱਚੀ ਮਿੱਤਰਤਾ ਰੱਖਣੀ ਹੈ, ਬਹੁਤ ਮਿੱਠੇ ਰੂਪ ਵਿੱਚ। ਹਰਸ਼ਿਤ ਮੁਖ ਹੋ ਕੇ ਬਾਪ ਦਾ ਪਰਿਚੈ ਦੇਣਾ ਹੈ। ਆਪਕਾਰੀ ਤੇ ਵੀ ਬਾਪ ਵਾਂਗੂ ਉਪਕਾਰ ਕਰਨਾ ਹੈ। ਵਰਦਾਨ ਹੈ, ਸ਼ੁੱਧੀ ਦੀ ਵਿਧੀ ਦੁਆਰਾ ਕਿਲੇ ਨੂੰ ਮਜ਼ਬੂਤ ਬਣਾਉਣ ਵਾਲੇ ਸਦਾ ਵਿਜਈ ਨਿਰਵਿਘਨ ਭਵ। ਸ਼ੁੱਧੀ ਦੀ ਵਿਧੀ ਦੁਆਰਾ ਕਿਲੇ ਨੂੰ ਮਜ਼ਬੂਤ ਬਣਾਉਣ ਵਾਲੇ ਸਦਾ ਵਿਜਈ ਨਿਰਵਿਘਨ ਭਵ। ਜਿਵੇਂ ਕੋਈ ਵੀ ਕੰਮ ਸ਼ੁਰੂ ਕਰਦੇ ਹੋ, ਸ਼ੁੱਧੀ ਦੀ ਵਿਧੀ ਅਪਣਾਉਂਦੇ ਹੋ। ਅਜਿਹੇ ਜਦੋਂ ਕਿਸੇ ਜਗ੍ਹਾ ਤੇ ਸ਼ੁੱਧੀ ਦੀ ਵਿਧੀ ਅਪਣਾਉਂਦੇ ਹੋ, ਐਵੇਂ ਕਿਸੇ ਜਗ੍ਹਾ ਤੇ ਜਦੋਂ ਕੋਈ ਵਿਸ਼ੇਸ਼ ਸੇਵਾ ਸ਼ੁਰੂ ਕਰਦੇ ਹੋ, ਚਲਦੇ ਚਲਦੇ ਸੇਵਾ ਵਿੱਚ ਕੋਈ ਵਿਘਨ ਆਉਂਦੇ ਨੇ। ਪਹਿਲੇ ਪਹਿਲੇ ਸੰਗਠਿਤ ਰੂਪ ਵਿੱਚ ਚਾਰੋਂ ਪਾਸੋਂ ਵਿਸ਼ੇਸ਼ ਸਮੇਂ ਤੇ ਇਕੱਠੇ ਯੋਗ ਦਾ ਦਾਨ ਦਿਓ। ਸਰਵ ਆਤਮਾਵਾਂ ਦਾ ਇੱਕ ਹੀ ਸ਼ੁੱਧ ਸੰਕਲਪ ਹੋਵੇ, ਵਿਜਈ। ਇਹ ਹੈ ਸ਼ੁੱਧੀ ਦੀ ਵਿਧੀ। ਇਸ ਨਾਲ ਸਾਰੇ ਵਿਜਈ ਜਾਂ ਨਿਰਵਿਘਨ ਬਣ ਜਾਣਗੇ। ਕਿਲਾ ਮਜ਼ਬੂਤ ਹੋ ਜਾਵੇਗਾ। ਸਲੋਗਨ ਹੈ, ਅਸਲ ਕਰਮ ਦਾ ਪ੍ਰਤੱਖ ਫਲ ਹੈ ਖੁਸ਼ੀ ਤੇ ਸ਼ਕਤੀ ਦੀ ਪ੍ਰਾਪਤੀ। ਅਸਲ ਕਰਮ ਦਾ ਪ੍ਰਤੱਖ ਫਲ ਹੈ ਖੁਸ਼ੀ ਤੇ ਸ਼ਕਤੀ ਦੀ ਪ੍ਰਾਪਤੀ। ਅੱਛਾ, ਓਮ ਸ਼ਾਂਤੀ।